परम सत्कारयोग सतगुरां दी साजी निवाजी गुरु रूप प्यारी गुरु सवारी साध संगत जी। गुरु साहिब जी महाराज दे चरना कमलों विखे पहुँच करके अकाल पुरख दे दर ते आपो अपनियां हाजरियां भरन दे यतन कीते हन। जिस भगवान परमेश्वर ने सुंदर सोहनी देही बख्शी है, सुचज्जा जीवन बख्शिया है, उस भगवान परमेश्वर दे चरना कमलों विखे अकाल पुरख दे शुकराने वजों नित असीं परमात्मा दे चरनां विच पहुँचते हाँ कि ऐ शुक्र है परमात्मा तेरा जिसने बहुत सुचज्जे ढंग दा जीवन बख्शिश कीता है। नाल ही मनुखता दी अरदास कि जिहो जिहा जीवन परमात्मा आप जियां ने बख्शिया है, ये जीवन उस तो भी सिमरन बंदगी दे सहारे वधिया बन जावे, चंगा उच्चा बने, जीवन सुच्चा बन जावे। इस दे भले वास्ते परमात्मा दे चरनां विच हर एक प्राणी अपनी सजदा करदा है। बहुत मनुखां दी मंग हुंदी है परमात्मा तो बड़ा कुछ मंगते ने, धन मंग लिया, जमीन जायदाद घर बार पुत्र तियां औलाद, बड़ा कुछ परमात्मा तो मंगी जाती है। गुरबाणी विच सतगुरां ने स्पष्ट कर दिता, जो कुछ परमात्मा ने तैनूं देना है वो देना है, जो नहीं देना वो नहीं देना। बस तू अपने जीवन दे अंदर इक्को गल दा ख्याल रखी कि अपने जीवन दे विचों किसे दे रस्ते दे विच कंडे ना खिलारी। जे अपने जीवन दे विचों किसे दे रस्ते दे विच कंडे खिलारे ने ते भल के मुड़ के तेरी झोली दे विच ओ पै जाने ने। सब तो मनुख अपना जीवन उच्चा ते सुच्चा करना चाहुंदा है। श्रेष्ठ जीवन बहुते धन दे नाल नहीं बनदा, उच्चा जीवन बहुते उच्चे घर बार बनाउण दे नाल नहीं बनदा। मनुख दी मंग है परमात्मा तो कि बहुत उच्चा सुच्चा घर होवे, चंगा कोल धन होवे, कुटुंब होवे, मेरा जिहड़ा आया होया इस जन्म है ये मेरा सफला हो जावे। पर अक्सर ऐसा नहीं हुंदा। बहुते धन दे नाल कोई बहुता सुच्चा नहीं बन जांदा। मनुख दी हर एक कोने दे विचों इच्छा इहो ही है कि मैं संसार दे विच बहुत सारे यतन करां
ਜਿਨ੍ਹਾਂ ਯਤਨਾਂ ਸਦਕਾ ਮੈਂ ਸੰਸਾਰ ਵਿੱਚ ਸੁਖੀ ਰਹਾਂ। ਨਾ ਤੇ ਸਮਾਜਿਕ ਲੋਕ ਸੁਖੀ ਹਨ, ਧਾਰਮਿਕ ਲੋਕ ਕਿਸੇ ਨੂੰ ਸੁੱਖ ਦਿੰਦੇ ਨੇ, ਇਹ ਖੁਦ ਦੁਖੀ ਨੇ। ਰਾਜਨੀਤਿਕ ਲੋਕ ਕਹਿੰਦੇ ਨੇ ਅਸੀਂ ਲੋਕਾਂ ਨੂੰ ਸੁਖੀ ਰੱਖਾਂਗੇ, ਉਹ ਖੁਦ ਦੁਖੀ ਨੇ। ਸਮਾਜਿਕ ਵੀ ਦੁਖੀ ਨੇ, ਧਾਰਮਿਕ ਵੀ ਦੁਖੀ ਨੇ, ਰਾਜਨੀਤਿਕ ਵੀ ਦੁਖੀ ਨੇ। ਸੁਖੀ ਕੌਣ ਹੈ ਇਹਨਾਂ ਦੇ ਵਿੱਚੋਂ? ਸੰਸਾਰ ਦੇ ਵਿੱਚ ਧਨ ਬਹੁਤਾ ਹੈ, ਵੱਡੇ ਵੱਡੇ ਮਕਾਨ ਪਏ ਨੇ, ਪਰ ਜਿੱਡੇ ਵੱਡੇ ਮਕਾਨ ਨੇ ਉਹਨਾਂ ਦੇ ਵਿੱਚ ਦੁਖਿਆਰੇ ਮਨੁੱਖ ਰਹਿੰਦੇ ਹਨ। ਉਹਨਾਂ ਨੂੰ ਉਹਦੇ ਵੱਡੇ ਵੱਡੇ ਦੁੱਖ ਲੱਗੇ ਨੇ। ਮਨੁੱਖ ਦੀ ਜਿਹੜੀ ਮੰਗ ਹੈ, ਇਹ ਪਰਮਾਤਮਾ ਤੋਂ ਹਮੇਸ਼ਾ ਮੰਗਦਾ ਰਹਿੰਦਾ ਹੈ ਕਿ ਮੈਂ ਸੁਖੀ ਹੋ ਜਾਵਾਂ। ਪਰ ਜਿਹੜੇ ਤਰੀਕੇ ਦੇ ਨਾਲ ਇਹਨੇ ਸੁਖੀ ਹੋਣਾ, ਜਦ ਪਰਮਾਤਮਾ ਇਹ ਗੱਲ ਦੱਸਦੇ ਨੇ, ਫਿਰ ਉਹ ਤਰੀਕਾ ਅਪਣਾਉਣ ਦੇ ਇਹ ਯਤਨ ਨਹੀਂ ਕਰਦਾ। ਗੁਰੂ ਸਾਹਿਬ ਜੀ ਮਹਾਰਾਜ ਤੇ ਕਹਿੰਦੇ, ਸੁੱਖ ਤੇ ਦੁੱਖ ਤੋਂ ਉੱਪਰ ਹੀ ਚਲਿਆ ਜਾ, ਤੈਨੂੰ ਲੋੜ ਹੀ ਨਹੀਂ ਪੈਣੀ, ਨਾ ਤੇਰੇ ਜੀਵਨ 'ਤੇ ਕੋਈ ਦੁੱਖ ਦਾ ਅਸਰ ਹੋਵੇ, ਨਾ ਤੇਰੇ ਜੀਵਨ 'ਤੇ ਕੋਈ ਸੁੱਖ ਦਾ ਅਸਰ ਹੋਵੇ। ਐਸਾ ਜੀਵਨ ਆਪਣਾ ਬਤੀਤ ਕਰ ਲੈ। ਮਨੁੱਖ ਦੀ ਮੰਗ ਹੈ ਕਿ ਮੇਰਾ ਜੀਵਨ ਉੱਚਾ ਅਤੇ ਸੁੱਚਾ ਹੋਵੇ। ਤੋ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਆਖਦੀ ਹੈ ਕਿ ਜੀਵਨ ਨੂੰ ਜੇ ਬਹੁਤਾ ਉੱਚਾ ਅਤੇ ਸੁੱਚਾ ਬਣਾਉਣਾ ਹੈ, ਤੇ ਇਸ ਜੀਵਨ ਦੇ ਅੰਦਰ ਜਿਤਨੇ ਝੂਠ ਬੋਲਦਾ ਹੈ, ਇਹਨੂੰ ਬੋਲਣਾ ਛੱਡ ਦੇ। ਜਿੰਨੀ ਬੇਈਮਾਨੀ ਕਰਦਾ ਹੈ, ਇਹ ਕਰਨੀ ਛੱਡ ਦੇ। ਠੱਗੀਆਂ ਮਾਰਨੀਆਂ ਛੱਡ, ਚੋਰੀ ਕਰਨੀ ਛੱਡ, ਕਿਸੇ ਬਾਰੇ ਬੁਰਾ ਸੋਚਣਾ ਛੱਡ। ਫਿਰ ਤੇਰਾ ਜਿਹੜਾ ਜੀਵਨ ਹੈ, ਇਹ ਉੱਚਾ ਅਤੇ ਸੁੱਚਾ ਹੋ ਸਕਦਾ, ਸੁਖਿਆਰਾ ਜੀਵਨ ਤੂੰ ਬਤੀਤ ਕਰ ਸਕਦਾ ਹੈ। ਪਰ ਮਨੁੱਖ ਇਹ ਕਹਿੰਦਾ ਕਿ ਝੂਠ ਵੀ ਬੋਲਾਂ, ਠੱਗੀ ਵੀ ਕਰਾਂ, ਬੇਈਮਾਨੀ ਵੀ ਕਰਾਂ, ਸਭ ਕੁਛ ਕਰਾਂ, ਮੈਂ ਸੁਖੀ ਫੇਰ ਵੀ ਹੋਵਾਂ। ਦੁੱਖਾਂ ਦੀ ਖਾਣ ਦੇ ਵਿੱਚੋਂ ਮਨੁੱਖ ਸੁੱਖ ਲੱਭ ਰਿਹਾ ਹੈ। ਇਸੇ ਲਈ ਹਰ ਇੱਕ ਮਨੁੱਖ ਦੁਖੀ ਹੈ। ਗੁਰੂ ਨਾਨਕ ਦੀ ਗੁਰਬਾਣੀ ਐਲਾਨੀਆਂ ਸਤਿਗੁਰੂ ਜੀ ਕਹਿੰਦੇ ਨੇ, ਕਿਸ ਪੈ ਖੋਲੋ ਗੰਠੜੀ ਦੁਖੀ ਪਰ ਆਇਆ। ਜਿਹਨੂੰ ਮਰਜੀ ਬੁਲਾ ਕੇ ਦੇਖ ਲਓ, ਸਭ ਦੇ ਸਭ ਦੁਖੀ ਨੇ। ਜਿਹੋ ਜਿਹਾ ਪਰਮਾਤਮਾ ਨੇ ਸੁਚੱਜਾ ਜੀਵਨ ਬਖਸ਼ਿਆ ਸੀ, ਇਹ ਪਰਮਾਤਮਾ ਇਹ ਜੀਵਨ ਉੱਚਾ ਅਤੇ ਸੁੱਚਾ ਹੋਵੇ। ਕਿਉਂਕਿ ਜਦ ਬੱਚੇ ਦਾ ਜਨਮ ਹੁੰਦਾ ਹੈ, ਨਾ ਤੇ ਉਹ ਝੂਠ ਬੋਲਦਾ ਹੈ, ਨਾ ਬੇਈਮਾਨੀ ਕਰਦਾ ਹੈ, ਨਾ ਠੱਗੀ ਕਰਦਾ ਹੈ, ਨਾ ਚੋਰੀ ਕਰਦਾ ਹੈ, ਨਾ ਕਿਸੇ ਬਾਰੇ ਉਹਦੀ ਮਾੜੀ ਸੋਚ ਹੈ, ਤੋ ਬੱਚਾ ਸੁਖਿਆਰਾ ਹੈ। ਬਹੁਤੇ ਧਾਰਮਿਕ ਗ੍ਰੰਥਾਂ ਨੇ ਬੱਚੇ ਨੂੰ ਬ੍ਰਹਮ ਗਿਆਨੀ ਦੀ ਅਵਸਥਾ ਵੀ ਦੱਸੀ ਹੈ ਕਿ ਬੱਚਾ ਨਵ ਜਨਮਿਆ ਬੱਚਾ ਬ੍ਰਹਮ ਗਿਆਨੀ ਜੈਸਾ ਹੀ ਹੁੰਦਾ ਹੈ, ਕੋਈ ਛਲ ਕਪਟ ਨਹੀਂ ਹੈ ਉਸ ਦੇ ਅੰਦਰ। ਜਿਵੇਂ ਜਿਵੇਂ ਮਨੁੱਖ ਦੀ ਉਮਰ ਵਡੇਰੀ ਹੁੰਦੀ ਜਾਂਦੀ ਹੈ, ਮਨੁੱਖ ਇਸ ਚੱਕਰ ਦੇ ਵਿੱਚ ਉਲਝਦਾ ਜਾਂਦਾ ਹੈ ਕਿ ਮੈਂ ਦਿਨੋਂ ਦਿਨ ਸਿਆਣਾ ਹੁੰਦਾ ਤੁਰਿਆ ਜਾ ਰਿਹਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ, ਜਰਾ ਝਾਤੀ ਮਾਰ ਕੇ ਦੇਖ ਕਿ ਜਿੰਨੀ ਤੇਰੇ ਅੰਦਰ ਅੱਜ ਬੇਈਮਾਨੀ ਹੈ, ਅੱਜ ਤੋਂ 20 ਸਾਲ ਪਹਿਲਾਂ ਜਦੋਂ ਤੂੰ ਬੱਚਾ ਹੁੰਦਾ ਸੀ, ਉਸ ਤੋਂ ਪਹਿਲਾਂ ਨਹੀਂ ਸੀ। ਜਿੰਨੇ ਅੱਜ ਝੂਠ ਬੋਲਦਾ ਹੈ, ਅੱਜ ਤੋਂ ਪਹਿਲਾਂ ਇਹਨੇ ਝੂਠ ਨਹੀਂ ਬੋਲਦਾ ਸੀ। ਤਾਂ ਤੇਰੇ ਜੀਵਨ ਦੇ ਅੰਦਰ ਵਧਿਆ ਕੀ ਹੈ? ਬੇਈਮਾਨੀ ਵੱਧ ਗਈ, ਝੂਠ ਵੱਧ ਗਿਆ, ਕ੍ਰੋਧ ਵੱਧ ਗਿਆ, ਹੰਕਾਰ ਵੱਧ ਗਿਆ। ਇਹਨਾਂ ਸਾਰੀਆਂ ਚੀਜ਼ਾਂ ਦਾ ਵਾਧਾ ਤੇਰੇ ਜੀਵਨ ਦੇ ਅੰਦਰ ਹੋ ਗਿਆ। ਸਿਮਰਨ ਬੰਦਗੀ ਵਾਲਾ ਵਾਧਾ ਤੇਰੇ ਅੰਦਰ ਨਹੀਂ ਹੋਇਆ। ਜਿਹੜੇ ਸਿਮਰਨ ਬੰਦਗੀ ਦੇ ਵਿੱਚ ਜਿਹੜਾ ਆਪਣਾ ਜੀਵਨ ਜਿਹੜੇ ਬਤੀਤ ਕਰਦੇ ਨੇ, ਉਹਨਾਂ ਦਾ ਜੀਵਨ ਹੈ ਜਿਹੜਾ
ਉਹ ਸੰਸਾਰ ਦੇ ਵਿੱਚੋਂ ਵਿਲੱਖਣਤਾ ਵਾਲਾ ਹੁੰਦਾ ਹੈ। ਕਿਉਂਕਿ ਜਦ ਸਿਮਰਨ ਬੰਦਗੀ ਮਨੁੱਖ ਕਰਦਾ ਹੈ, ਉੱਥੇ ਇਹਨਾਂ ਵਸਤੂਆਂ ਤੋਂ ਮਨੁੱਖ ਨੂੰ ਛੁਟਕਾਰਾ ਮਿਲ ਜਾਂਦਾ ਹੈ। ਬੇਈਮਾਨੀ ਨਹੀਂ ਕਰੇਗਾ, ਠੱਗੀ ਨਹੀਂ ਕਰੇਗਾ, ਛਲ ਕਪਟ ਨਹੀਂ ਕਰੇਗਾ। ਜਿਸ ਤੋਂ ਮਨੁੱਖ ਪ੍ਰਭਾਵਿਤ ਹੈ, ਉਸ ਦੇ ਨਾਲ ਛਲ ਕਪਟ ਕਰਨਾ, ਠੱਗੀ ਕਰਨੀ, ਬੇਈਮਾਨੀ ਕਰਨੀ ਬੜੀ ਔਖੀ ਹੋ ਜਾਂਦੀ ਹੈ। ਹਜੇ ਤੱਕ ਮਨੁੱਖ ਪਰਮਾਤਮਾ ਤੋਂ ਪ੍ਰਭਾਵਿਤ ਨਹੀਂ ਹੋਇਆ। ਜਿਸ ਦਿਨ ਇਹ ਪਰਮਾਤਮਾ ਤੋਂ ਪ੍ਰਭਾਵਿਤ ਹੋ ਗਿਆ, ਇਹਦੇ ਜੀਵਨ ਦੇ ਵਿੱਚੋਂ ਇਹ ਸਾਰੀਆਂ ਗੱਲਾਂ ਨਿਕਲ ਜਾਣੀਆਂ ਨੇ। ਬੇਈਮਾਨੀ ਨਿਕਲ ਜਾਵੇਗੀ, ਠੱਗੀ ਮਾਰਨੀ ਨਿਕਲ ਜਾਵੇਗੀ, ਚੋਰੀ ਕਰਨੀ ਨਿਕਲ ਜਾਵੇਗੀ। ਪਰ ਜੇ ਹਜੇ ਤੱਕ ਵੀ ਨਹੀਂ ਨਿਕਲੀ ਤਾਂ ਫਿਰ ਸਮਝ ਲੈਣਾ ਕਿ ਇਹ ਤਾਂ ਹੁਣ ਜੀਵਨ ਨੂੰ ਬਰਬਾਦ ਕਰਕੇ ਹੀ ਖਤਮ ਰੱਖਣਗੀਆਂ। ਕਿਉਂਕਿ ਇਹੋ ਹੀ ਵਸਤੂਆਂ ਨੇ। ਪਰਮਾਤਮਾ ਦੇ ਘਰ ਦੇ ਵਿੱਚ ਅਰਦਾਸ ਮਨੁੱਖ ਦੀ ਇਹੋ ਹੁੰਦੀ ਹੈ ਕਿ ਇਹ ਪਰਮਾਤਮਾ ਰਹਿਮਤਾਂ ਕਰਿਓ, ਕਿਸੇ ਦਾ ਬੁਰਾ ਨਾ ਹੋ ਜਾਵੇ ਮੇਥੋਂ। ਇਹ ਅਰਦਾਸ ਹੈ ਮਨੁੱਖ ਦੀ। ਮਨੁੱਖਤਾ ਦੀ ਇਹ ਅਰਦਾਸ ਪਰਮਾਤਮਾ ਦੇ ਚਰਨਾਂ ਵਿੱਚ ਹੈ। ਤੋ ਪਰਮਾਤਮਾ ਦੀ ਗੁਰਬਾਣੀ ਹਰ ਇੱਕ ਮਨੁੱਖ ਨੂੰ ਸੁਚੇਤ ਕਰਦੀ ਹੈ, ਕਦਮ ਕਦਮ 'ਤੇ ਸੁਚੇਤ ਕਰਦੀ ਹੈ ਕਿ ਦੇਖੀ ਬਸ 2-4 ਕੰਮ ਕਰਨੇ ਤੂੰ ਛੱਡ ਦੇਵੀਂ, ਬਾਕੀ ਗੱਲ ਪਰਮਾਤਮਾ 'ਤੇ ਛੱਡ ਦੇਵੀਂ। ਮਨੁੱਖ ਦੀ ਅਰਦਾਸ ਵੀ ਪਰਮਾਤਮਾ ਦੇ ਅੱਗੇ ਹੈ ਅਤੇ ਪਰਮਾਤਮਾ ਦੀ ਗੱਲ ਮੰਨਣ ਵਾਸਤੇ ਵੀ ਇਹ ਤਿਆਰ ਨਹੀਂ ਹੈ। ਗੱਲ ਮੰਨਦਾ ਹੈ ਦੁਨੀਆ ਦੀ। ਜੋ ਦੁਨੀਆ ਨੇ ਕਹਿ ਦਿੱਤਾ ਉਹਨੂੰ ਇਹ ਸੱਚ ਮੰਨ ਲੈਂਦਾ ਹੈ। ਜੋ ਪਰਮਾਤਮਾ ਇਹਨੂੰ ਅੱਜ ਤੱਕ ਕਹਿੰਦੇ ਆਏ ਨੇ, ਮਨੁੱਖ ਨੇ ਕਦੇ ਸੱਚ ਮੰਨਿਆ ਹੀ ਨਹੀਂ ਹੈ, ਨਹੀਂ ਮੰਨਿਆ। ਜੇ ਕਦੀ ਪਰਮਾਤਮਾ ਦੇ ਕਹੇ ਹੋਏ ਨੂੰ ਸੱਚ ਮੰਨ ਲੈਂਦਾ ਤੇ ਸਾਰੀ ਦੁਨੀਆ ਇਹਨੂੰ ਅੱਜ ਸੱਚੀ ਤੇ ਸੁੱਚੀ ਨਜ਼ਰ ਆਉਣੀ ਸੀ। ਸਾਰੀ ਦੁਨੀਆ ਸੱਚੀ ਤੇ ਸੁੱਚੀ ਨਜ਼ਰ ਆਉਣੀ ਸੀ, ਪਰ ਇਹਨੇ ਪਰਮਾਤਮਾ ਦਾ ਆਖਿਆ ਮੰਨਿਆ ਨਹੀਂ। ਜੋ ਪਰਮਾਤਮਾ ਨੇ ਇਸ ਮਨੁੱਖ ਦੇ ਸਿਰ ਦੀ ਚੋਟੀ 'ਤੇ ਰੱਖਿਆ, ਉਹਨੂੰ ਇਹ ਪੈਰਾਂ ਵਿੱਚ ਲਤਾੜਦਾ ਹੈ। ਜੋ ਪਰਮਾਤਮਾ ਨੇ ਪੈਰਾਂ ਵਿੱਚ ਦਿੱਤਾ ਸੀ, ਉਹਨੂੰ ਇਹਨੇ ਸਿਰ 'ਤੇ ਰੱਖ ਲਿਆ। ਦੁਨੀਆ ਦੇ ਵਿੱਚ ਰਾਜਨੀਤ ਅਤੇ ਧਰਮ ਦੋ ਵਸਤੂਆਂ ਐਸੀਆਂ ਨੇ। ਰਾਜਨੀਤੀ ਦੇ ਨਾਂ 'ਤੇ ਵੀ ਬੜਾ ਖੂਨ ਖਰਾਬਾ ਸਮਾਜ ਵਿੱਚ ਹੋਇਆ, ਔਰ ਉਸ ਤੋਂ ਕਿਤੇ ਵੱਧ ਖੂਨ ਖਰਾਬਾ ਧਰਮ ਦੇ ਨਾਂ 'ਤੇ ਹੋਇਆ। ਪੁਰਾਤਨ ਸਮੇਂ ਦੇ ਵਿੱਚ ਅਨੇਕਾਂ ਧਰਮ ਆਪਸ ਵਿੱਚ ਦੀ ਇੱਕ ਦੂਜੇ ਨਾਲ ਲੜਦੇ ਰਹੇ ਨੇ, ਲੰਮਾ ਸਮਾਂ ਤੱਕ ਲੜਦੇ ਰਹੇ ਨੇ। ਇੰਨਾ ਰਾਜਨੀਤੀ ਦੇ ਵਿੱਚ ਖੂਨ ਖਰਾਬਾ ਨਹੀਂ ਹੋਇਆ ਜਿੰਨਾ ਧਰਮ ਦੇ ਨਾਂ 'ਤੇ ਖੂਨ ਖਰਾਬਾ ਸਮਾਜ ਵਿੱਚ ਹੋਇਆ। ਕਲਗੀਧਰ ਮਹਾਰਾਜ ਜੀਆਂ ਨੇ ਮਨੁੱਖ ਨੂੰ ਸਿਰ ਦੀ ਚੋਟੀ 'ਤੇ ਇੱਕ ਬਖਸ਼ਿਸ਼ ਕੀਤੀ ਸੀ, ਦਸਤਾਰ, ਜਿਹਨੂੰ ਇਹ ਪੁਰਾਤਨ ਸਮੇਂ ਤੋਂ ਲੈ ਕੇ ਜਿਹੜੇ ਮਹਾਂਪੁਰਖ ਪੈਗੰਬਰ ਹੋਏ ਨੇ, ਹਜ਼ਰਤ ਮੁਹੰਮਦ ਸਾਹਿਬ, ਭਗਵਾਨ ਕ੍ਰਿਸ਼ਨ ਜੀ, ਰਾਮ ਜੀ, ਕਿਤਨੇ ਅਵਤਾਰੀ ਪੁਰਖ ਹੋਏ ਨੇ, ਸਭ ਦੇ ਸਿਰਾਂ ਦੇ ਉੱਪਰ ਦਸਤਾਰ ਸਜਾਈ ਹੋਈ ਸੀ। ਇਹ ਇੱਕ ਧਰਮ ਦਾ ਚਿੰਨ੍ਹ ਮੰਨਿਆ ਜਾਂਦਾ ਹੈ। ਤੋ ਕਲਗੀਧਰ ਮਹਾਰਾਜ ਜੀਆਂ ਨੇ ਇਸ ਨੂੰ ਬਹੁਤ ਵੱਡੀ ਅਹਿਮੀਅਤ ਦਿੱਤੀ ਹੈ ਕਿ ਜੋ ਵੀ ਪਰਮਾਤਮਾ ਦਾ, ਰੱਬ ਦਾ ਪਿਆਰਾ ਹੋਵੇਗਾ, ਉਹ ਸਿਰ ਨੂੰ ਕੱਜ ਕੇ ਰੱਖੇਗਾ, ਸਿਰ 'ਤੇ ਦਸਤਾਰ ਸਜਾਵੇਗਾ। ਬੜੀ ਵੱਡੀ ਗੱਲ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤੀ ਹੈ।
ਇੱਕ ਤੇ ਮਨੁੱਖ ਨੂੰ ਸਿਰ ਦੀ ਦਸਤਾਰ ਬਖਸ਼ੀ ਹੈ ਔਰ ਇਹ ਧਾਰਮਿਕ ਚਿੰਨ੍ਹ ਬਖਸ਼ਿਆ ਕਲਗੀਧਰ ਮਹਾਰਾਜ ਜੀਆਂ ਨੇ। ਸਿਰ ਤੇ ਦਸਤਾਰ ਸਜਾਉਣੀ ਇਹ ਇੱਕ ਧਰਮ ਹੈ ਔਰ ਜਿਹੜੀ ਰਾਜਨੀਤੀ ਹੈ ਇਹ ਇੱਕ ਪੈਰ ਦੀ ਜੁੱਤੀ ਹੈ, ਪੈਰ ਦੀ ਜੁੱਤੀ ਹੈ। ਇਹਦੇ ਬਿਨਾਂ ਜੁੱਤੀ ਬਿਨਾਂ ਸਰੇਗਾ ਨਹੀਂ। ਇਹਨੂੰ ਰੱਖਣਾ ਵੀ ਹੈ, ਰੱਖਣਾ ਵੀ ਪੈਰਾਂ ਦੇ ਥੱਲੇ ਹੈ। ਸਮਾਂ ਜਿਵੇਂ ਹਿਸਾਬ ਦੇ ਨਾਲ ਤਬਦੀਲ ਹੁੰਦਾ ਜਾ ਰਿਹਾ, ਮਨੁੱਖ ਨੇ ਇਹ ਪੈਰ ਦੀ ਜੁੱਤੀ ਨੂੰ ਚੁੱਕ ਕੇ ਆਪਣੇ ਸਿਰ ਦੇ ਉੱਪਰ ਰੱਖਿਆ ਹੋਇਆ ਹੈ ਔਰ ਸਿਰ ਦੀ ਜਿਹੜੀ ਦਸਤਾਰ ਸੀ ਇਸ ਮਨੁੱਖ ਨੇ ਪੈਰਾਂ ਦੇ ਵਿੱਚ ਰੋਲ ਦਿੱਤੀ ਹੈ। ਬੜਾ ਖੂਨ ਖਰਾਬਾ ਇਹ ਦੋ ਗੱਲਾਂ ਦੇ ਨਾਮ ਤੇ ਹੁੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ ਕਿ ਜਿਹੜੀ ਮਨੁੱਖ ਦੀ ਅਰਦਾਸ ਹੈ ਪਰਮਾਤਮਾ ਦੇ ਘਰ ਵਿੱਚ ਕਿ ਇਹ ਪਰਮਾਤਮਾ ਮੈਂ ਸੁਖੀ ਰਹਾਂ, ਸਭ ਤੋਂ ਵੱਡੀ ਅਰਦਾਸ ਕਰੋੜਾਂ ਦੁਨੀਆਂ ਦੀ ਇਹੋ ਹੀ ਹੈ। ਪਰ ਪਾਤਸ਼ਾਹ ਦੀ ਗੁਰਬਾਣੀ ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ, ਸੁਖੀ ਰਹਿਣ ਦਾ ਤਰੀਕਾ ਦੱਸਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਕਿ ਤੂੰ ਸੁਖੀ ਰਹੇਂਗਾ ਕਿਵੇਂ। ਪਰ ਉਹ ਤਰੀਕਾ ਅਪਣਾਉਣ ਵਾਸਤੇ ਕੋਈ ਤਿਆਰ ਨਹੀਂ ਹੈ। ਗੁਰੂ ਸਾਹਿਬ ਜੀ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੀ ਜਿਹੜੇ ਅੰਮ੍ਰਿਤ ਵੇਲੇ ਦੀ ਅਸੀਂ ਜਪਜੀ ਸਾਹਿਬ ਦੀ ਗੁਰਬਾਣੀ ਪੜ੍ਹਦੇ ਹਾਂ, ਜਿਤਨੇ ਵੀ ਗੁਰਬਾਣੀ ਪੜ੍ਹਦੇ ਸੁਣਦੇ ਹਾਂ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਗੁਰੂ ਨਾਨਕ ਦੀ ਇਸ ਵਿਚਾਰਧਾਰਾ ਨੂੰ, ਅਕਾਲ ਪੁਰਖ ਦੀ ਵਿਚਾਰਧਾਰਾ ਨੂੰ ਆਪਣੇ ਕੋਲ ਰੱਖ, ਆਪਣੇ ਜੀਵਨ ਦੇ ਇਸ ਨੂੰ ਅੰਦਰ ਗ੍ਰਹਿਣ ਕਰ, ਤਾਂ ਕਿ ਤੈਨੂੰ ਕਦਮ ਕਦਮ ਤੇ ਇਹ ਸਿੱਖਿਆ ਮਿਲਦੀ ਰਹੇ ਕਿ ਤੂੰ ਆਪਣਾ ਜੀਵਨ ਜਿਹੜਾ ਹੈ ਉਹ ਬਤੀਤ ਕਿਵੇਂ ਕਰਨਾ ਹੈ। ਸੁਖਿਆਰਾ ਮਨੁੱਖ ਦੀ ਅਰਦਾਸ ਹੈ ਸੁਖੀ ਰਹਿਣ ਦੀ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸਿਮਰਨ ਬੰਦਗੀ ਕਰਿਆ ਕਰ, ਸਿਮਰਨ ਬੰਦਗੀ ਕਰਨ ਵਾਸਤੇ ਤਿਆਰ ਨਹੀਂ ਹੈ। ਤੋ ਬਿਨਾਂ ਸਿਮਰਨ ਅਤੇ ਬੰਦਗੀ ਤੋਂ ਐਡੇ ਵੱਡੇ ਘਰ ਮਕਾਨ ਪਾਏ ਹੋਏ, ਐਡਾ ਧਨ ਦੌਲ, ਜ਼ਮੀਨ ਜਾਇਦਾਦ, ਘਰ-ਬਾਰ, ਇਹ ਸਾਰਾ ਕੁਛ ਮਨੁੱਖ ਨੂੰ ਸੁੱਖ ਨਹੀਂ ਦੇ ਸਕਦਾ। ਮਨੁੱਖ ਸਾਰਾ ਕੁਛ ਹੋਣ ਦੇ ਬਾਵਜੂਦ ਵੀ ਦੁਖੀ ਰਹਿੰਦਾ ਹੈ, ਫਿਰ ਵੀ ਦੁਖੀ ਹੈ। ਜਦ ਮੰਗਿਆ ਪਰਮਾਤਮਾ ਤੋਂ ਸੁੱਖ ਰਹਿਣ ਦਾ ਤਰੀਕਾ, ਤੇ ਜੋ ਤੈਨੂੰ ਸੁਖੀ ਰਹਿਣ ਦਾ ਤਰੀਕਾ ਗੁਰੂ ਨਾਨਕ ਦੇ ਘਰ ਦੇ ਵਿੱਚੋਂ ਮਿਲਿਆ, ਫਿਰ ਉਹਨੂੰ ਅਪਣਾਉਣਾ ਕਰ ਜਾਂ ਮੰਗਣਾ। ਮਨੁੱਖ ਦੋਨੇ ਗੱਲਾਂ ਕਰਦਾ ਹੈ, ਮੰਗਦਾ ਵੀ ਪਰਮਾਤਮਾ ਤੋਂ ਹੈ, ਸੁਣਦਾ ਵੀ ਪਰਮਾਤਮਾ ਦੀ ਹੈ, ਪਰ ਜਿੱਥੇ ਮੰਨਣ ਦੀ ਗੱਲ ਆ ਜਾਂਦੀ ਹੈ ਉੱਥੇ ਪਰਮਾਤਮਾ ਦੀ ਗੱਲ ਨੂੰ ਮੰਨਦਾ ਨਹੀਂ ਹੈ, ਦੁਨੀਆ ਦੀ ਗੱਲ ਨੂੰ ਮੰਨ ਬੈਠਦਾ ਹੈ। ਜਦ ਦੁਨੀਆ ਦੀ ਗੱਲ ਮੰਨ ਲਈ, ਪਰਮਾਤਮਾ ਦੀ ਗੱਲ ਨੂੰ ਨਹੀਂ ਮੰਨਿਆ, ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਜੇ ਕੋਈ ਇੱਕ ਗੱਲ ਪਰਮਾਤਮਾ ਦੀ ਮੰਨ ਜਾਵੇ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਜਿਹਦਾ ਮਨ ਪਰਮਾਤਮਾ ਦੀ ਗੱਲ ਨੂੰ ਮੰਨ ਜਾਵੇ, ਜਿਹਦਾ ਮਨ ਪਰਮਾਤਮਾ ਦੀ ਗੱਲ ਨੂੰ, ਗੱਲ ਮਨ ਦੇ ਮੰਨਣ ਦੀ ਹੈ ਕਿ ਮਨ ਕਿਸੇ ਦਾ ਮੰਨਦਾ ਹੈ, ਮਨ ਪ੍ਰਭਾਵਿਤ ਹੈ ਪਰਮਾਤਮਾ ਤੋਂ, ਦਾਤੇ ਤੋਂ ਜਾਂ ਨਹੀਂ ਹੈ। ਗੱਲ ਮਨੁੱਖ ਦੇ ਮਨ ਤੇ ਖੜੀ ਹੈ। ਔਰ ਜਦੋਂ ਮਨੁੱਖ ਦਾ ਮਨ ਪਰਮਾਤਮਾ ਨੂੰ ਮੰਨ ਜਾਵੇ, ਫਿਰ ਇਸ ਦੇ ਵਿਵਹਾਰ ਦੇ ਵਿੱਚ ਗੁਰਬਾਣੀ ਆਪਣਾ ਘਰ ਕਰ ਜਾਂਦੀ ਹੈ। ਗੁਰੂ ਦਾ ਸ਼ਬਦ ਇਸ ਦੇ ਅੰਦਰੋਂ ਪ੍ਰਗਟ ਹੁੰਦਾ ਹੈ। ਬਹੁਤ ਸਾਰੇ ਤੇ ਪਰਮਾਤਮਾ ਨੂੰ ਬਾਹਰੋਂ ਟੋਲਦੇ ਨੇ, ਪਰ ਪਰਮਾਤਮਾ ਜਦ ਵੀ ਪ੍ਰਗਟ ਹੁੰਦਾ ਤੇ ਮਨੁੱਖ ਦੇ ਅੰਦਰੋਂ ਪ੍ਰਗਟ ਹੁੰਦਾ ਹੈ। ਬਾਹਰ ਢੂੰਡਣ ਦੀ ਗੱਲ ਗੁਰੂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ, ਜੇ ਬਾਹਰ ਟੋਲੈ ਸੋ ਭਰਮ ਭਲਾਹੀ। ਜੇ ਬਾਹਰੋਂ ਟੋਲਦਾ ਰਵੇਂਗਾ ਪਰਮਾਤਮਾ ਨੂੰ ਤੇ
ਹਮੇਸ਼ਾ ਹੀ ਭਰਮ ਅਤੇ ਭੁਲੇਖਿਆਂ ਦੇ ਵਿੱਚ ਤੇਰੀ ਜ਼ਿੰਦਗੀ ਹੈ ਜਿਹੜੀ ਇਹ ਬਤੀਤ ਹੋਵੇਗੀ। ਤੋ ਫਿਰ ਪਰਮਾਤਮਾ ਕੋਲ ਜਿਹੜੀਆਂ ਅਰਦਾਸਾਂ ਨੇ, ਅਰਦਾਸ ਮਨੁੱਖ ਹਰ ਕੋਈ ਕਰ ਰਿਹਾ ਹੈ, ਲੱਖਾਂ ਕਰੋੜਾਂ ਲੋਕ ਅਰਦਾਸ ਕਰਦੇ ਨੇ। ਤੋ ਜਦ ਅਰਦਾਸ ਕਰਦਾ ਹੈ ਮਨੁੱਖ, ਤੇ ਅਰਦਾਸ ਦੇ ਵਿੱਚ ਫਿਰ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਦਰ 'ਤੇ ਪਹੁੰਚਦੀ ਹੈ ਅਰਦਾਸ, ਤੇ ਮਨੁੱਖ ਪ੍ਰਤੀ ਪਰਮਾਤਮਾ ਦਾ ਹੁਕਮ ਹੈ ਜਿਹੜਾ ਉਹ ਲਾਗੂ ਹੋ ਜਾਂਦਾ ਹੈ। ਮਨੁੱਖ ਨੂੰ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਤੂੰ ਜੋ ਤੈਨੂੰ ਪਰਮਾਤਮਾ ਛੱਡਣ ਵਾਸਤੇ ਕਹਿ ਰਿਹਾ ਹੈ ਉਹਨੂੰ ਛੱਡ, ਪਰ ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜੋ ਪਰਮਾਤਮਾ ਨੇ ਕਿਹਾ ਸੀ ਕਿ ਤੂੰ ਛੱਡ ਦੇ, ਉਹਨੂੰ ਤੇ ਮਨੁੱਖ ਨੇ ਬੜੇ ਸੁਚੱਜੇ ਢੰਗ ਦੇ ਨਾਲ ਉਹਦੀ ਸਾਂਭ ਸੰਭਾਲ ਕਰਕੇ ਆਪਣੇ ਕੋਲ ਰੱਖੇ ਹੋਏ ਹੈ। ਪਰਮਾਤਮਾ ਨੇ ਕਿਹਾ ਸੀ ਬੇਈਮਾਨੀ ਕਰਨੀ ਛੱਡ ਦੇ, ਤੋ ਪਰਮਾਤਮਾ ਨੇ ਕਿਹਾ ਸੀ ਕਿ ਛੱਡ ਦੇ, ਮਨੁੱਖ ਨੇ ਬੜੇ ਸੁਚੱਜੇ ਢੰਗ ਦੇ ਨਾਲ ਬੇਈਮਾਨੀ ਕਰਦਾ, ਕਿਸੇ ਨੂੰ ਪਤਾ ਤੱਕ ਵੀ ਨਹੀਂ ਲੱਗਣ ਦਿੰਦਾ। ਪਰਮਾਤਮਾ ਨੇ ਕਿਹਾ ਕਿ ਕਿਸੇ ਦੇ ਪ੍ਰਤੀ ਤੂੰ ਮਾੜਾ ਸੋਚਣਾ ਬੰਦ ਕਰ ਦੇ। ਕਿਸੇ ਪ੍ਰਤੀ ਮਾੜਾ ਸੋਚਣਾ ਬੰਦ ਕਰ ਦੇ। ਮਨੁੱਖ ਇੰਨੇ ਸੁਚੱਜੇ ਢੰਗ ਦੇ ਨਾਲ ਕਿਸੇ ਪ੍ਰਤੀ ਮਾੜਾ ਸੋਚਦਾ ਹੈ ਕਿ ਕਿਸੇ ਨੂੰ ਪਤਾ ਤੱਕ ਵੀ ਨਹੀਂ ਲੱਗਣ ਦਿੰਦਾ। ਇਹ ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਕੋਲ ਬੈਠਾ ਵੀ ਮਾੜਾ ਸੋਚ ਜਾਂਦਾ ਹੈ, ਪਤਾ ਹੀ ਨਹੀਂ ਲੱਗਣ ਦਿੰਦਾ ਕਿਸੇ ਨੂੰ। ਪਰਮਾਤਮਾ ਨੇ ਕਿਹਾ ਕਿ ਤੂੰ ਝੂਠ ਬੋਲਣਾ ਬਿਲਕੁਲ ਛੱਡ ਦੇ। ਮਨੁੱਖ ਨੇ ਝੂਠ ਬੋਲਣ ਦੇ ਇੰਨੇ ਢੰਗ ਤਰੀਕੇ ਲੱਭ ਲਏ ਨੇ ਕਿ ਸੁਣਨ ਵਾਲੇ ਮਨੁੱਖ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀਂ ਹੁੰਦਾ ਕਿ ਮਨੁੱਖ ਝੂਠ ਬੋਲ ਰਿਹਾ ਜਾਂ ਸੱਚ ਬੋਲ ਰਿਹਾ ਹੈ। ਝੂਠ ਬੋਲਣ ਦੇ ਅਲੱਗ-ਅਲੱਗ ਤਰੀਕੇ ਮਨੁੱਖ ਨੇ ਅਪਣਾਏ ਹੋਏ ਨੇ। ਕਮਾਲ ਦੀ ਗੱਲ ਹੈ ਕਿ ਜਿਹੜੀਆਂ ਗੱਲਾਂ ਗੁਰਬਾਣੀ ਕਹਿੰਦੀ ਹੈ ਕਿ ਤੂੰ ਛੱਡ, ਮਨੁੱਖ ਨੇ ਉਹੀ ਚੀਜ਼ਾਂ ਨੂੰ ਆਪਣੇ ਜੀਵਨ ਦੇ ਅੰਦਰ ਲੰਮੇ ਟਾਈਮ ਤੋਂ ਲੈ ਕੇ ਉਹਨਾਂ ਦੀ ਸਾਂਭ ਸੰਭਾਲ ਕਰਕੇ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਦੀ ਸਾਂਭ ਸੰਭਾਲ ਆਪਣੇ ਜੀਵਨ ਅੰਦਰ ਕੀਤੀ ਹੋਈ ਹੈ। ਬੇਈਮਾਨੀ ਕਰਨੀ ਨਹੀਂ ਛੱਡ ਸਕਦਾ, ਝੂਠ ਬੋਲਣਾ ਨਹੀਂ ਛੱਡ ਸਕਦਾ, ਕਿਸੇ ਪ੍ਰਤੀ ਮਾੜੀ ਸੋਚ ਹੈ ਜਿਹੜੀ ਉਹ ਨਹੀਂ ਛੱਡ ਸਕਦਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਕਿਸੇ ਦੇ ਰਸਤੇ ਦੇ ਵਿੱਚੋਂ ਕੰਡੇ ਸਾਫ਼ ਨਹੀਂ ਕਰ ਸਕਦਾ, ਕਮ ਸੇ ਕਮ ਤੋਂ ਕੰਡੇ ਵਿਛਾਈ ਨਾ ਕਿਸੇ ਦੇ ਰਸਤੇ ਦੇ ਵਿੱਚ। ਪਰ ਮਨੁੱਖ ਤੇ ਸਾਰਾ ਕੁਝ ਕਰ ਰਿਹਾ ਹੈ। ਦੂਸਰੇ ਪਾਸੇ ਪਰਮਾਤਮਾ ਨੂੰ ਕਹਿੰਦਾ ਕਿ ਇਹ ਪਰਮਾਤਮਾ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖੀ। ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਇਹ ਜੋ ਤੈਨੂੰ ਚੀਜ਼ਾਂ ਛੱਡਣ ਨੂੰ ਕਹੀਆਂ ਨੇ ਇਹਨਾਂ ਨੂੰ ਛੱਡ ਦੇ। ਤੂੰ ਪਰਮਾਤਮਾ ਨੂੰ ਕਹਿਣਾ ਕਿ ਚਰਨਾਂ ਨਾਲ ਜੋੜ ਕੇ ਰੱਖੀ, ਤੂੰ ਖੁਦ ਹੀ ਪਰਮਾਤਮਾ ਦਾ ਰੂਪ ਬਣ ਜਾਵੇਂਗਾ। ਕਲਗੀਧਰ ਮਹਾਰਾਜ ਨੇ ਤੇ ਐਲਾਨੀਆਂ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਮੇਰਾ ਖਾਸ ਰੂਪ ਹੈ, ਤੂੰ ਮੇਰਾ ਹੀ ਰੂਪ ਬਣ ਜਾਵੇਂਗਾ। ਪਰ ਇਹਨਾਂ ਨੂੰ ਛੱਡ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਜੋ ਛੱਡਣਾ ਸੋ ਅਸਥਿਰ ਕਰ ਮਾਨੈ, ਜੋ ਹੋਵਨ ਸੋ ਦੂਰ ਪਰਾਨੈ। ਜੋ ਤੂੰ ਛੱਡਣਾ ਸੀ ਉਹਨੂੰ ਤੇ ਆਪਣੇ ਜੀਵਨ ਦੇ ਅੰਦਰ ਬੜੇ ਸੁਚੱਜੇ ਢੰਗ ਦੇ ਨਾਲ ਉਹਨਾਂ ਦੀ ਸਾਂਭ ਸੰਭਾਲ ਕਰਕੇ ਆਪਣੇ ਕੋਲ ਸਾਂਭੀ ਹੋਈਆਂ ਸਾਰੀਆਂ ਵਸਤੂਆਂ ਤੋਂ। ਜੋ ਤੂੰ ਸਾਂਭਣਾ ਸੀ, ਆਪਣੇ ਕੋਲ ਰੱਖਣਾ ਸੀ, ਸੁਚੱਜੇ ਢੰਗ ਦੇ ਨਾਲ ਸਾਂਭ ਸੰਭਾਲ ਕਰਨੀ ਸੀ, ਉਹ ਤੂੰ ਛੱਡ ਦਿੱਤੀ ਹੈ ਬਾਹਰ ਦੁਨੀਆ 'ਤੇ ਗੱਲ। ਤੇਰਾ ਜੀਵਨ ਇੰਨਾ ਉੱਚਾ ਤੇ ਸੁੱਚਾ, ਇਹ ਤੂੰ ਗੱਲ ਦੁਨੀਆ 'ਤੇ ਛੱਡੀ ਹੋਈ ਹੈ। ਜੇ ਦੁਨੀਆ ਨੇ ਕਹਿ ਦਿੱਤਾ ਤੇ ਚੰਗਾ ਹੈ ਤੇ ਚੰਗਾ ਹੈ, ਜੇ ਦੁਨੀਆ ਨੇ ਕਹਿ ਦਿੱਤਾ ਮਾੜਾ ਹੈ ਤੇ ਮਾੜਾ ਹੈ। ਫਿਰ ਮਨੁੱਖ ਆਪਣੇ ਆਪ ਨੂੰ ਮਾੜਾ ਸਮਝਣ ਲੱਗ ਜਾਂਦਾ ਹੈ। ਜੇ ਦੁਨੀਆ ਕਹਿ ਦੇ ਵੀ ਚੰਗਾ ਹੈ ਤੇ ਆਪਣੇ ਆਪ ਨੂੰ ਚੰਗਾ ਸਮਝਣ ਲੱਗ ਜਾਂਦਾ ਹੈ।
ਜੋ ਛੱਡਣਾ ਸੋ ਅਸਥਿਰ ਕਰ ਮਨ ਹੈ। ਜੋ ਤੂੰ ਛੱਡਣਾ ਸੀ ਉਹਦੀ ਪਕੜ ਵਧਾ ਲਈ ਹੈ। ਜੋ ਤੂੰ ਛੱਡਣਾ ਸੀ ਉਹਦੀ ਪਕੜ ਵਧਾ ਕੇ ਆਪਣੇ ਕੋਲ ਤੂੰ ਸਾਂਭ ਸੰਭਾਲ ਉਹਦੀ ਕਰੀ ਜਾਂਦਾ ਹੈ। ਤੋ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਹਰ ਇੱਕ ਮਨੁੱਖ ਦੀ ਅਰਦਾਸ ਹੈ ਕਿ ਪਰਮਾਤਮਾ ਮੈਂ ਸਮਾਜ ਵਿੱਚ ਆਇਆ, ਮੈਂ ਸੁਖੀ ਰਹਾਂ। ਸਭ ਤੋਂ ਵੱਡੀ ਅਰਦਾਸ ਤਕਰੀਬਨ ਸਾਰੇ ਧਰਮਾਂ ਦੀ, ਸਾਰੇ ਮਜ਼ਹਬਾਂ ਦੀ, ਹਰ ਇੱਕ ਮਨੁੱਖ ਦੀ ਅਰਦਾਸ ਇਹੋ ਹੀ ਹੈ। ਇਸ ਤੋਂ ਅਗਾਹਾਂ ਪਦਾਰਥ ਆ ਜਾਂਦੇ ਨੇ। ਕੋਈ ਪੁੱਤਰ ਮੰਗ ਲੈਂਦਾ, ਕੋਈ ਧਨ ਦੌਲਤ ਮੰਗ ਲੈਂਦਾ, ਕੋਈ ਜ਼ਮੀਨ ਜਾਇਦਾਦ ਘਰ-ਬਾਰ ਮੰਗ ਲੈਂਦਾ, ਇਸ ਤੋਂ ਅਗਾਹਾਂ ਨੇ। ਪਰ ਸਭ ਤੋਂ ਵੱਡਾ ਅਰਦਾਸ ਮਨੁੱਖ ਦੀ ਹੈ ਕਿ ਮੈਂ ਸੁਖੀ ਹੋਵਾਂ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਸੁਖੀ ਹੋਣ ਦਾ ਤੇ ਤਰੀਕਾ ਫਿਰ ਅਕਾਲ ਪੁਰਖ ਮਹਾਰਾਜੀਆਂ ਦੇ ਘਰ ਦੇ ਵਿੱਚੋਂ ਤੈਨੂੰ ਨਿੱਤ ਦੱਸਿਆ ਜਾਂਦਾ ਹੈ। ਉਹ ਗੱਲ ਵੱਖਰੀ ਹੈ ਕਿ ਅੱਜ ਤੈਨੂੰ 50 ਸਾਲ ਹੋ ਗਏ ਨੇ, ਤੂੰ ਹਜੇ ਤੱਕ ਗੁਰੂ ਨਾਨਕ ਦੇ ਤਰੀਕੇ ਨੂੰ ਅਪਣਾਇਆ ਨਹੀਂ ਆਪਣੇ ਜੀਵਨ ਦੇ ਅੰਦਰ। ਫਿਰ ਉਲਾਂਭੇ ਅਕਾਲ ਪੁਰਖ ਨੂੰ ਨਹੀਂ, ਉਲਾਂਭੇ ਤੂੰ ਆਪਣੇ ਆਪ ਨੂੰ ਦੇ। ਜਿਹਨੇ ਗੁਰੂ ਨਾਨਕ ਮਹਾਰਾਜ ਜੀਆਂ ਨੇ ਵਾਰ-ਵਾਰ ਤੈਨੂੰ ਸਮਝਾਉਣ ਦੇ ਯਤਨ ਕਰਦੇ ਨੇ, ਪਰ ਤੂੰ ਸਮਝਣ ਦੇ ਯਤਨ ਹੀ ਨਹੀਂ ਕਰਦਾ, ਯਤਨ ਹੀ ਨਹੀਂ ਕਰਦਾ ਤੂੰ ਬਿਲਕੁਲ ਵੀ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਹਰ ਇੱਕ ਮਨੁੱਖ ਦੀ ਇਹ ਅਰਦਾਸ ਹੈ ਕਿ ਕਿਵੇਂ ਨਾ ਕਿਵੇਂ ਜੀਵਨ ਸੁਖਿਆਰਾ ਹੋਵੇ। ਤੋ ਜੇ ਜੀਵਨ ਸੁਖਿਆਰਾ ਕਰਨਾ ਹੈ ਤੇ ਜੀਵਨ ਦੇ ਵਿੱਚੋਂ ਇਹ 2-4 ਚੀਜ਼ਾਂ ਕੱਢਣੀਆਂ ਪੈਣੀਆਂ ਨੇ। ਝੂਠ ਬੋਲਣਾ ਛੱਡਣਾ ਪੈਣਾ, ਠੱਗੀ ਕਰਨੀ ਛੱਡਣੀ ਪਊਗੀ, ਬੇਈਮਾਨੀ ਕਰਨੀ ਛੱਡਣੀ ਪਊਗੀ। ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਮਾੜੀ ਸੋਚ ਸਾਡੇ ਅੰਦਰ ਚੱਲਦੀ ਹੈ ਕਿਸੇ ਪ੍ਰਤੀ, ਇਹਨੂੰ ਅੰਦਰੋਂ ਕੱਢਣਾ ਪਊਗਾ। ਫਿਰ ਕਦੇ ਜਾ ਕੇ ਜੀਵਨ ਹੈ ਜਿਹੜੇ ਇਹ ਸੁਖੀ ਹੋਣਗੇ। ਵਰਨਾ ਅਕਾਲ ਪੁਰਖ ਮਹਾਰਾਜ ਜੀ ਕਹਿੰਦੇ ਨੇ ਕਿ ਭਾਵੇਂ ਕਿੰਨਾ ਵੀ ਧਨ ਦੌਲਤ ਹੋਵੇ, ਕਿੱਡੇ ਉੱਚੇ ਉੱਚੇ ਤੇਰੇ ਮਹਿਲ ਹੋਣ, ਕਿੱਡਾ ਵੱਡਾ ਤੇਰਾ ਕੁਟੁੰਬ ਹੋਵੇ, ਜੋ ਕੁਛ ਮਰਜ਼ੀ ਤੇਰੇ ਕੋਲ ਹੋਵੇ, ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਕਦੇ ਸੁਖੀ ਨਹੀਂ ਰਹੇਗਾ। ਕਿਉਂ? ਕਿਉਂਕਿ ਤੂੰ ਦੂਸਰਿਆਂ ਦੇ ਰਸਤੇ ਦੇ ਵਿੱਚ ਕੰਡੇ ਵਿਛਾਏ ਨੇ, ਤੇ ਜਿਹੜਾ ਮਨੁੱਖ ਦੂਸਰਿਆਂ ਨੂੰ ਕੁਝ ਨਾ ਕੁਝ ਦਿੰਦਾ ਹੈ ਉਹ ਵਾਪਸ ਮੁੜ ਕੇ, ਧਰਮ ਦੀ ਇਹ ਰੀਤ ਹੈ, ਉਹ ਵਾਪਸ ਮੁੜ ਕੇ ਮਨੁੱਖ ਦੀ ਝੋਲੀ ਦੇ ਵਿੱਚ ਪੈਂਦਾ ਹੈ। ਦਿੱਤਾ ਲਈਐ ਆਪਣਾ, ਅਣ ਦਿੱਤਾ ਕਿਛ ਹੱਥ ਨਾ ਆਵੇ। ਗੁਰੂ ਸਾਹਿਬ ਜੀ ਮਹਾਰਾਜ ਇਹ ਬਚਨ ਕਰਦੇ ਨੇ। ਐ ਸਜਣਾ, ਜੇ ਤੂੰ ਜੋ ਕਰਮ ਕਰੇਗਾ, ਧਰਮ ਦੀ ਇਹ ਰੀਤ ਹੈ, ਰਿਵਾਜ ਹੈ, ਮਰਿਆਦਾ ਹੈ ਕਿ ਜੇ ਕਿਸੇ ਦੇ ਜੀਵਨ ਦੇ ਅੰਦਰ ਰਸਤੇ ਦੇ ਵਿੱਚ ਕੰਡੇ ਵਿਛਾਏ ਨੇ ਨਾ, ਮੁੜ ਕੇ ਉਹ ਤੇਰੇ ਕੰਡੇ ਝੋਲੀ ਦੇ ਵਿੱਚ ਪੈਣੇ ਨੇ। ਤਾਂ ਫਿਰ ਮਨੁੱਖ ਜਿੱਥੇ ਆਪਣੇ ਕੋਲ ਥੋੜ੍ਹੇ ਸੁੱਖ ਹੁੰਦੇ ਨੇ, ਉੱਥੇ ਦੁੱਖਾਂ ਦੀ ਖਾਣ ਸਾਰੇ ਪਾਸਿਆਂ ਤੋਂ ਮਨੁੱਖ ਨੂੰ ਦੁੱਖ ਨੇ ਜਿਹੜੇ ਉਹ ਘੇਰ ਲੈਂਦੇ ਹਨ। ਐਸਾ ਮਨੁੱਖ ਫਿਰ ਬਹੁਤਾ ਸਮਾਜ ਦੇ ਵਿੱਚ ਭੱਜ ਨੱਠ ਕਰਦਾ ਕਿ ਕਿਤੋਂ ਸੁੱਖ ਮਿਲ ਜਾਣ, ਪਰ ਨਹੀਂ ਮਿਲਦੇ। ਬਹੁਤੇ ਫਿਰ ਮਨੁੱਖਾਂ ਨੂੰ ਜਦ ਬਹੁਤੇ ਪਾਸਿਆਂ ਤੋਂ ਦੁੱਖ ਘੇਰ ਲੈਂਦੇ ਨੇ, ਬਹੁਤੇ ਮਨੁੱਖ ਆਤਮ ਹੱਤਿਆ ਵੀ ਕਰ ਜਾਂਦੇ ਨੇ। ਐਸੇ ਮਨੁੱਖ ਵੀ ਸਮਾਜ ਵਿੱਚ ਹਨ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਇੱਕੋ ਤਰੀਕਾ ਹੈ ਕਿ ਜਿੰਨਾ ਅਕਾਲ ਪੁਰਖ ਮਹਾਰਾਜ ਜੀਆਂ ਨੇ ਜੋ ਹੁਕਮ ਤੈਨੂੰ ਲਾਗੂ ਕੀਤਾ ਹੈ ਕਿ ਆਪਣੇ ਜੀਵਨ ਦੇ ਅੰਦਰੋਂ ਇਹ 2 4 5 7 ਵਸਤੂਆਂ ਜਿਹੜੀਆਂ ਇਹਨਾਂ ਨੂੰ ਕੱਢ ਸੁਖੀ, ਫਿਰ ਤੈਨੂੰ ਪਤਾ ਲੱਗੂਗਾ ਕਿ ਮਨੁੱਖਤਾ ਦੇ ਜੀਵਨ ਦਾ ਰਸ ਕਿੰਨਾ ਵਧੀਆ ਹੈ। ਮਨੁੱਖਤਾ ਦਾ ਜੀਵਨ, ਮਾਨਵਤਾ ਦਾ ਜੀਵਨ ਕਿੱਡਾ ਉੱਚਾ ਤੇ ਸੁੱਚਾ ਪਰਮਾਤਮਾ ਨੇ ਤੈਨੂੰ ਬਖਸ਼ਿਆ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਧੰਨਵਾਦ। ਸਮਾਪਤੀ ਦਾ ਟਾਈਮ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।